ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿਗੁਰੂ ਕਲਾਸ ਦੀ ਡੇਲੀ 2 ਮਿੰਟ ਜੀਕੇ ਕਲਾਸ ਦੇ ਵਿੱਚ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿਓਟੋ ਪ੍ਰੋਟੋਕੋਲ। ਇਹ ਵੀ ਜਿਹੜਾ ਪ੍ਰੋਟੋਕੋਲ ਜਿਹੜਾ ਸਾਈਨ ਹੋਇਆ ਸੀ ਬੇਸਿਕਲੀ ਐਨਵਾਇਰਨਮੈਂਟ ਦੇ ਪਰਸਪੈਕਟਿਵ ਦੇ ਵਿੱਚ ਆਪਾਂ ਇਹਨੂੰ ਦੇਖਾਂਗੇ। ਜਿਵੇਂ ਕਿ ਕੱਲ੍ਹ ਆਪਾਂ ਦੇਖਿਆ ਸੀ ਮੌਂਟਰੀਅਲ ਪ੍ਰੋਟੋਕੋਲ, ਅੱਜ ਆਪਣਾ ਟੌਪਿਕ ਹੈ ਕਿਓਟੋ ਪ੍ਰੋਟੋਕੋਲ। ਕਾਫੀ ਇੰਪੋਰਟੈਂਟ ਹੈ ਇਹ ਵੀ। ਕੀ ਸੀ ਕਿਓਟੋ ਪ੍ਰੋਟੋਕੋਲ? ਤਾਂ ਇਹਦੇ ਬਾਰੇ ਪਹਿਲਾਂ ਤਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਇਹ ਜਿਹੜਾ ਪ੍ਰੋਟੋਕੋਲ ਜਿਹੜਾ ਸਾਈਨ ਹੋਇਆ ਸੀ ਇਹ ਕਿਹੜੀ ਬੇਸਿਕਲੀ ਔਰਗਨਾਈਜੇਸ਼ਨ ਨੇ ਕੀਤਾ। ਤਾਂ ਇਹ ਜਿਹੜਾ ਪ੍ਰੋਟੋਕੋਲ ਸਾਈਨ ਹੋਇਆ ਸੀ ਉਹ UNFCCC ਨੇ ਕੀਤਾ। UNFCCC ਦੀ ਫੁੱਲ ਫਾਰਮ ਕੀ ਹੈ? ਯੂਨਾਈਟਿਡ ਨੇਸ਼ਨਸ ਦੀ ਬੇਸਿਕਲੀ ਇਹ ਇੱਕ ਏਜੰਸੀ ਹੈ, ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ। ਤਾਂ ਹੁਣ ਇਹਦੇ ਵਿੱਚ ਬੇਸਿਕਲੀ ਕਲਾਈਮੇਟ ਦੇ ਚੇਂਜ ਦੇ ਉੱਪਰ ਹੀ ਕੰਮ ਕੀਤਾ ਗਿਆ ਸੀ। ਕਹਿੰਦਾ ਕੀ ਹੈ ਕਿਓਟੋ ਪ੍ਰੋਟੋਕੋਲ? ਇਹ ਬੇਸਿਕਲੀ ਕਿਹਦੇ ਨਾਲ ਰਿਲੇਟਿਡ ਹੈ? ਆਪਣੇ ਜਿਹੜੇ ਐਨਵਾਇਰਨਮੈਂਟ ਦੇ ਵਿੱਚ ਗ੍ਰੀਨ ਹਾਊਸ ਗੈਸਿਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਇਨ ਸ਼ੋਰਟ ਦੇ ਵਿੱਚ GHGs ਬੋਲਦੇ ਹਾਂ। ਤਾਂ ਇਸ ਲੈਕਚਰ ਦੇ ਵਿੱਚ ਆਪਾਂ GHGs ਬਾਰੇ ਵੀ ਗੱਲ ਕਰਾਂਗੇ। ਕਿਓਟੋ ਪ੍ਰੋਟੋਕੋਲ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜੀਆਂ ਆਪਣੀਆਂ ਗ੍ਰੀਨ ਹਾਊਸ ਗੈਸਿਸ ਹੈਗੀਆਂ ਜਿਨ੍ਹਾਂ ਨਾਲ ਟੈਂਪਰੇਚਰ ਆਪਣਾ ਵੱਧਦਾ ਪਿਆ, ਇਹਨਾਂ ਨੂੰ ਆਪਾਂ ਘਟਾਉਣਾ ਹੈ। ਠੀਕ ਹੈ ਜੀ। ਤਾਂ ਕਿਓਟੋ ਪ੍ਰੋਟੋਕੋਲ ਇਹਨਾਂ ਨਾਲ ਰਿਲੇਟਿਡ ਸੀ। ਕਿਓਟੋ ਪ੍ਰੋਟੋਕੋਲ ਜਿਹੜਾ ਅਡੋਪਟ ਕਦੋਂ ਕੀਤਾ ਗਿਆ ਸੀ, ਜਾਂ ਦੋਨੋਂ ਚੀਜ਼ਾਂ ਦੇਖਦੇ ਹਾਂ ਆਪਾਂ। ਸਾਈਨ ਕਦੋਂ ਕੀਤਾ ਗਿਆ ਸੀ? ਤਾਂ ਇਹ 1997 ਦੇ ਵਿੱਚ ਸਾਈਨ ਕੀਤਾ ਗਿਆ ਸੀ 11 ਦਸੰਬਰ। ਇਦੋਂ ਇਹ ਅਡੋਪਟ ਕੀਤਾ ਗਿਆ ਸੀ ਕਿੱਥੇ? ਕਿਓਟੋ ਬੇਸਿਕਲੀ ਜਾਪਾਨ ਦੇ ਵਿੱਚ ਇੱਕ ਸਿਟੀ ਦਾ ਨਾਮ ਹੈ ਜਿੱਥੇ ਇਹ ਪ੍ਰੋਟੋਕੋਲ ਸਾਈਨ ਕੀਤਾ ਗਿਆ ਸੀ। ਔਰ ਇਹਨੂੰ ਆਪਾਂ ਫੋਰਸ ਦੇ ਵਿੱਚ ਕਦੋਂ ਲੈ ਕੇ ਆਏ ਹਾਂ? ਫੈਬ 2005 ਦੇ ਵਿੱਚ, ਮਤਲਬ 16 ਫਰਵਰੀ 2005 ਦੇ ਵਿੱਚ ਇਹ ਫੋਰਸ ਦੇ ਵਿੱਚ ਮਤਲਬ ਲਾਗੂ ਕੀਤਾ ਗਿਆ ਸੀ। ਠੀਕ ਹੈ ਜੀ। ਹੁਣ ਇਸ ਪ੍ਰੋਟੋਕੋਲ ਦੇ ਵਿੱਚ ਕੀ ਕਿਹਾ ਗਿਆ ਸੀ? ਕਹਿੰਦਾ ਜਿਹੜੀਆਂ 6 ਆਪਣੀਆਂ, ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ ਵੀ ਕਿੰਨੀਆਂ ਗ੍ਰੀਨ ਹਾਊਸ ਗੈਸਿਸ ਹੈ ਜਿਨ੍ਹਾਂ ਨੂੰ ਘੱਟ ਕਰਨ ਦੀ ਗੱਲ ਕਹੀ ਗਈ ਹੈ। ਤਾਂ 6 ਗ੍ਰੀਨ ਹਾਊਸ ਗੈਸਿਸ ਨੂੰ ਘਟਾਉਣ ਦੀ ਗੱਲ ਕਹੀ ਗਈ ਹੈ। ਕਿਹੜੀਆਂ ਇਹ ਗੈਸਿਸ ਹੈਗੀਆਂ? ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਾਰਬਨ ਡਾਈਆਕਸਾਈਡ, second one is methane, third one is nitrous oxide and fourth one is hydrofluorocarbons ਜਿਨ੍ਹਾਂ ਨੂੰ ਇਨ ਸ਼ੋਰਟ ਦੇ ਵਿੱਚ HFCs ਵੀ ਬੋਲਦੇ ਹਾਂ, perfluorocarbons PFCs and sulfur hexafluoride। ਤਾਂ ਇਹ ਵਾਲੀਆਂ ਜਿਹੜੀਆਂ 6 ਗੈਸਿਸ ਤੁਸੀਂ ਇਹ ਵੀ ਯਾਦ ਰੱਖਣੀਆਂ, 6 ਦੀਆਂ 6 ਕਾਫੀ ਇੰਪੋਰਟੈਂਟ ਹੈ। ਕਿਓਟੋ ਪ੍ਰੋਟੋਕੋਲ ਦੇ ਵਿੱਚ ਇਹਨਾਂ ਨੂੰ ਘਟਾਉਣ ਦੀ ਗੱਲ ਕਹੀ ਗਈ ਸੀ। ਹੁਣ ਕਿਓਟੋ ਪ੍ਰੋਟੋਕੋਲ ਦੇ ਵਿੱਚ ਇੱਕ ਅਮੈਂਡਮੈਂਟ ਵੀ ਕੀਤੀ ਗਈ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਦੋਹਾ ਅਮੈਂਡਮੈਂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਠੀਕ ਹੈ ਜੀ। ਜਿਹੜੀ ਇਹ ਅਮੈਂਡਮੈਂਟ ਕੀਤੀ ਗਈ ਸੀ ਇਹ ਕਦੋਂ ਕੀਤੀ ਗਈ ਹੈ? 2012 ਦੇ ਵਿੱਚ ਰੀਸੈਂਟਲੀ ਕੀਤੀ ਗਈ ਹੈ। ਨੈਕਸਟ, ਹੁਣ ਇਹਦੇ ਵਿੱਚ ਜਿਹੜੀਆਂ ਗੈਸਿਸ ਹੈ ਬੇਸਿਕਲੀ ਇੱਥੇ ਆਪਾਂ ਕੀ ਸਮਝਣਾ? ਜਿਹੜੀਆਂ ਇਹ ਗੈਸਿਸ ਆਪਣੇ ਕੋਲ 6 ਇਹਨਾਂ ਹੁਣ ਗਲੋਬਲ ਵਾਰਮਿੰਗ ਆਪਾਂ ਨੂੰ 2 ਟਰਮਸ ਪਤਾ ਹੋਣਾ ਚਾਹੀਦਾ ਹੈ। ਵਨ ਇਜ਼ ਗਲੋਬਲ ਵਾਰਮਿੰਗ, ਇਹਨਾਂ ਟਰਮਸ ਨੂੰ ਆਪਾਂ ਡਿਫਾਈਨ ਵੀ ਕਰਦੇ ਹਾਂ, ਗਲੋਬਲ ਵਾਰਮਿੰਗ ਐਂਡ ਗ੍ਰੀਨ ਹਾਊਸ ਗੈਸਿਸ। ਦੇਖੋ ਜਿਹੜੀ ਗ੍ਰੀਨ ਹਾਊਸ ਗੈਸਿਸ ਹੈ ਇਹਨੂੰ ਆਪਾਂ ਗ੍ਰੀਨ ਹਾਊਸ ਗੈਸ ਕਿਉਂ ਕਹਿੰਦੇ ਹਾਂ? ਆਪਾਂ ਇੱਥੇ ਸਮਝਦੇ ਹਾਂ ਕਿ ਆਹ ਮੰਨ ਲਓ ਆਪਣੀ ਅਰਥ ਹੈ, ਇਹਦੇ ਆਸ-ਪਾਸ ਕੀ ਹੈ? ਐਟਮੋਸਫੀਅਰ ਹੈ, ਮਤਲਬ ਗੈਸਿਸ ਹੈਗੀਆਂ। ਕੀ ਹੁੰਦਾ ਕਿ ਇੱਧਰ ਜਦੋਂ ਸਨ ਦੀਆਂ ਰੇਡੀਏਸ਼ਨਸ, ਆਪਣੇ ਕੋਲ ਸਨ ਹੈ, ਸਨ ਦੀ ਜਿਹੜੀ ਹੀਟ ਹੈ ਜਦੋਂ ਉਹ ਐਟਮੋਸਫੀਅਰ ਨੂੰ ਪਾਰ ਕਰਕੇ ਆਪਣੀ ਧਰਤੀ ਦੇ ਉੱਪਰ ਆਉਂਦੀ ਹੈ ਤਾਂ ਇਹ ਜਿਹੜਾ ਐਟਮੋਸਫੀਅਰ ਹੈ ਇਹਨੂੰ ਐਬਜ਼ੋਰਬ ਕਰ ਰਿਹਾ। ਬਟ ਜਿਹੜੀਆਂ ਇਹ ਰੇਡੀਏਸ਼ਨਸ ਹੁਣ ਵਾਪਿਸ ਜਾ ਰਹੀਆਂ ਤਾਂ ਇਹ ਜਿਹੜੀਆਂ ਗੈਸਿਸ ਹੁਣ ਆਪਣੇ ਐਟਮੋਸਫੀਅਰ ਦੇ ਵਿੱਚ ਕੁਝ ਇਹੋ ਜਿਹੀਆਂ ਗੈਸਿਸ ਹੈ ਜਿਹੜੀ ਆਪਣੀ ਹੀਟ ਨੂੰ ਬੇਸਿਕਲੀ ਜਿਹੜੀ ਅਰਥ ਦੇ ਉੱਪਰ ਹੀਟ ਆ ਰਹੀ ਹੈ ਇਹਨੂੰ ਐਬਜ਼ੋਰਬ ਤਾਂ ਕਰ ਰਹੀ ਹੈ ਬਟ ਇਹਨੂੰ ਬਾਹਰ ਜਾਣ ਨਹੀਂ ਦਿੰਦੀਆਂ, ਇਸ ਹੀਟ ਨੂੰ ਬਾਹਰ ਨਹੀਂ ਜਾਣ ਦਿੰਦੀਆਂ। ਤਾਂ ਜਿਹੜੀਆਂ ਵੀ ਗੈਸਿਸ ਹੋਣਗੀਆਂ ਇਹਦੇ ਵਿੱਚ ਉਹਨਾਂ ਨੂੰ ਆਪਾਂ ਕਿਹੜੀਆਂ ਗੈਸਿਸ ਕਹਿੰਦੇ ਹਾਂ? ਗ੍ਰੀਨ ਹਾਊਸ ਗੈਸਿਸ। ਉਹ ਆਪਾਂ ਲਾਸਟ ਪਿੱਛੇ ਸਲਾਈਡ ਦੇ ਵਿੱਚ ਦੇਖ ਵੀ ਚੁੱਕੇ ਹਾਂ ਕਿਹੜੀਆਂ। ਹੁਣ ਨੈਕਸਟ ਟਰਮ ਆਉਂਦੀ ਹੈ ਗਲੋਬਲ ਵਾਰਮਿੰਗ। ਦੇਖੋ ਅਗਰ ਉਹ ਹੀਟ ਬਾਹਰ ਨਹੀਂ ਜਾਊਗੀ ਤਾਂ ਆਪਣੇ ਅਰਥ ਦਾ ਜਿਹੜਾ ਟੈਂਪਰੇਚਰ ਆ ਉਹ ਹੌਲੀ ਹੌਲੀ ਕੀ ਹੋਊਗਾ? ਰਾਈਜ਼ ਹੁੰਦਾ ਜਾਊਗਾ। ਟੈਂਪਰੇਚਰ ਕੀ ਆ? ਵੱਧਦਾ ਜਾਂਦਾ ਹੈ ਨਾ। ਤਾਂ ਇਸ ਟਰਮ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਗਲੋਬਲ ਵਾਰਮਿੰਗ ਕਹਿ ਦਿੰਦੇ ਹਾਂ। ਹੁਣ ਜਿਹੜੀਆਂ ਗੈਸਿਸ ਹੈ ਕਿੰਨਾ ਇਹ ਗਲੋਬਲ ਵਾਰਮਿੰਗ ਦੇ ਵਿੱਚ ਆਪਦਾ ਯੋਗਦਾਨ ਦਿੰਦੀਆਂ, ਮਤਲਬ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ
ਗਲੋਬਲ ਵਾਰਮਿੰਗ ਦੇ ਵਿੱਚ ਉਹਨੂੰ ਆਪਾਂ ਕੀ ਕਹਿੰਦੇ ਆ, ਗਲੋਬਲ ਵਾਰਮਿੰਗ ਪੋਟੈਂਸ਼ੀਅਲ। ਗਲੋਬਲ ਵਾਰਮਿੰਗ ਪੋਟੈਂਸ਼ੀਅਲ ਦਾ ਮਤਲਬ ਵੀ ਉਹ ਆਪਦਾ ਯੋਗਦਾਨ ਕਿੰਨਾ ਦੇ ਰਹੀਆਂ ਗਲੋਬਲ ਵਾਰਮਿੰਗ ਦੇ ਵਿੱਚ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਸਭ ਤੋਂ ਘੱਟ ਜਿਹੜਾ ਯੋਗਦਾਨ ਹੈ ਉਹ ਆਪਾਂ ਇਹ ਕਹਿ ਲਈਏ ਵੀ ਕਿੰਦਾ ਹੈ, ਕਾਰਬਨ ਡਾਈਆਕਸਾਈਡ ਦਾ ਹੈ। ਕਿੰਨਾ ਇਹਦਾ ਕਾਰਬਨ ਡਾਈਆਕਸਾਈਡ ਦਾ ਜਿਹੜਾ ਗਲੋਬਲ ਵਾਰਮਿੰਗ ਪੋਟੈਂਸ਼ੀਅਲ ਹੈ ਉਹ ਓਨਲੀ 1 ਹੈ। ਉਸੇ ਤਰ੍ਹਾਂ ਮਿਥੇਨ ਦਾ 25 ਹੈ। ਨੈਕਸਟ ਨਾਈਟਰਸ ਆਕਸਾਈਡ ਦਾ N2O ਦਾ 295 ਹੈ। ਜੇ ਆਪਾਂ ਇਸੇ ਤਰ੍ਹਾਂ ਦੇਖਾਂਗੇ ਤਾਂ ਸਭ ਤੋਂ ਜ਼ਿਆਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਕਿੰਦਾ ਆਪਣੇ ਕੋਲ ਸਲਫਰ ਹੈਗਜ਼ਾਫਲੋਰਾਈਡ ਦਾ, ਠੀਕ ਹੈ ਜੀ। ਤਾਂ SF6 ਦਾ ਜਿਹੜਾ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਹੈ। ਤਾਂ ਇਹ ਸੀ ਆਪਣੇ ਕੋਲ ਕਿਓਟੋ ਪ੍ਰੋਟੋਕੋਲ। ਤੁਹਾਨੂੰ ਅਗਰ ਇਹ ਜਿਹੜੀ 2 ਮਿੰਟ ਸੀਰੀਜ਼ ਵਾਲੀ ਜਿਹੜਾ ਸਾਡੀ ਕਲਾਸ ਪਸੰਦ ਆ ਰਹੀ ਹੈ ਤਾਂ ਤੁਸੀਂ ਸਾਰਿਆਂ ਨੇ ਸ਼ੇਅਰ ਕਰ ਦੇਣੀ ਹੈ, ਲਾਈਕ ਕਰਨੀ ਹੈ ਔਰ ਵੱਧ ਤੋਂ ਵੱਧ ਤੁਸੀਂ ਆਪਦਾ ਕੰਟਰੀਬਿਊਸ਼ਨ ਦੇਣਾ ਹੈ। ਇਸ ਨਾਲ ਕੀ ਹੈ, ਸਾਨੂੰ ਵੀ ਮੋਟੀਵੇਸ਼ਨ ਬਣੀ ਰਹਿੰਦੀ ਹੈ। ਥੈਂਕ ਯੂ ਆਲ ਆਫ ਯੂ। ਮਿਲਦੇ ਹਾਂ ਆਪਾਂ ਨੈਕਸਟ ਕੱਲ੍ਹ ਦੀ 2 ਮਿੰਟ ਸੀਰੀਜ਼ ਦੇ ਵਿੱਚ।